ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਸਾਰ ਵਿੱਚ ਧਰਮ ਦੇ ਠੇਕੇਦਾਰਾਂ ਨੇ ਮਜ਼ਹਬੀ ਫਿਰਕਾ ਪ੍ਰਸਤੀ, ਜਾਤ ਪਾਤ, ਊਚ ਨੀਚ ਤੇ ਅਮੀਰ ਗਰੀਬ ਦੇ ਪਾੜੇ ਪਾ ਕੇ ਇੱਕ ਨੂਰ ਤੋਂ ਉਪਜੇ ਸਭ ਸੰਸਾਰੀ ਜੀਵਾਂ ਵਿੱਚ ਬ੍ਰਾਹਮਣ, ਛਤਰੀ, ਸ਼ੂਦਰ ਤੇ ਵੈਸ਼ ਦੇ ਜਾਤਾਂ ਵਾਲੇ ਭਰਮ ਪਾ ਕੇ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਬ੍ਰਾਹਮਣ ਆਪਣੇ ਆਪ ਨੂੰ ਖੁਦਾ ਦਾ ਰੂਪ ਦੱਸਣ ਲੱਗ ਪਏ ਸਨ। ਉਹਨਾਂ ਦਾ ਕਹਿਣਾ ਸੀ ਕਿ ਭਗਵਾਨ ਨੇ ਭਗਤੀ ਪੂਜਾ ਕਰਨ ਦਾ ਹੱਕ ਸਿਰਫ ਉੱਚੀ ਜਾਤਾਂ ਦੇ ਬ੍ਰਾਹਮਣਾਂ ਪੰਡਤਾਂ ਨੂੰ ਹੀ ਦਿੱਤਾ ਹੈ। ਪੰਡਤਾਂ ਦੀ ਮੱਤ 'ਤੇ ਐਸਾ ਅਗਿਆਨਤਾ ਦਾ ਪਰਦਾ ਪੈ ਚੁੱਕਾ ਸੀ ਕਿ ਉਹ ਹੋਰ ਜਾਤਾਂ ਦੇ ਲੋਕਾਂ ਨੂੰ ਮੰਦਰ ਵਿੱਚ ਜਾ ਕੇ ਪੂਜਾ ਵੀ ਨਹੀਂ ਸੀ ਕਰਨ ਦਿੰਦੇ ਤੇ ਕਹਿੰਦੇ ਸਨ ਕਿ ਸ਼ੂਦਰ ਜਾਤੀ ਦੇ ਲੋਕਾਂ ਨੂੰ ਭਗਵਾਨ ਦਰਸ਼ਨ ਨਹੀਂ ਦਿੰਦੇ, ਸਗੋਂ ਉਹਨਾਂ ਦੇ ਸਾਹਮਣੇ ਵੇਖ ਕੇ ਗੁੱਸੇ ਵਿੱਚ ਆ ਕੇ ਸ਼ਰਾਪ ਦੇ ਦਿੰਦੇ ਹਨ। ਐਸੇ ਲੋਕਾਂ ਦਾ ਹੰਕਾਰ ਤੋੜਨ ਵਾਸਤੇ ਪ੍ਰਭੂ ਜੀ ਧਰਤੀ 'ਤੇ ਕਿਸੇ ਅਵਤਾਰ ਨੂੰ ਜਾਂ ਆਪਣੇ ਕਿਸੇ ਭਗਤ ਨੂੰ ਭੇਜਦੇ ਰਹੇ ਹਨ। ਜਿਵੇਂ ਸਭ ਦੁਨੀਆ ਦਾ ਗਿਆਨਵਾਨ ਹੁੰਦਿਆਂ ਹੋਇਆਂ ਰਾਵਣ ਦੇ ਹਿਰਦੇ ਅੰਦਰ ਅਗਿਆਨਤਾ ਆਉਣ ਵਸੀ ਤੇ ਉਹ ਆਪਣੇ ਆਪ ਨੂੰ ਖੁਦਾ ਸਮਝ ਕੇ ਜ਼ੁਲਮ ਕਰਨ ਲੱਗ ਪਿਆ ਸੀ। ਇਸ ਲਈ ਉਸ ਦਾ ਅੰਤ ਕਰਨ ਲਈ ਪ੍ਰਭੂ ਜੀ ਨੇ ਸ਼੍ਰੀ ਰਾਮ ਅਵਤਾਰ ਨੂੰ ਧਰਤੀ 'ਤੇ ਭੇਜ ਦਿੱਤਾ ਤੇ ਉਹਨਾਂ ਨੇ ਰਾਵਣ ਦਾ ਅੰਤ ਕਰ ਦਿੱਤਾ। ਕੰਸ ਦਾ ਜ਼ੁਲਮ ਮਟਾਉਣ ਤੇ ਕੈਰਵ ਹੰਕਾਰੀਆਂ ਦਾ ਹੰਕਾਰ ਤੋੜਨ ਲਈ ਸ਼੍ਰੀ ਕ੍ਰਿਸ਼ਨ ਅਵਤਾਰ ਜੀ ਆਏ। ਹਰਨਾਕਸ਼ ਪਾਪੀ ਦੇ ਜ਼ੁਲਮਾਂ ਦਾ ਅੰਤ ਕਰਨ ਲਈ ਉਸ ਦੇ ਘਰ ਭਗਤ ਪ੍ਰਹਿਲਾਦ ਨੇ ਜਨਮ ਲਿਆ। ਇਸੇ ਤਰ੍ਹਾਂ ਹੀ ਜਦੋਂ ਫਿਰ ਭਾਰਤ ਵਰਸ਼ ਦੀ ਪਵਿੱਤਰ ਧਰਤੀ 'ਤੇ ਬ੍ਰਾਹਮਣ ਹੋਰ ਜਾਤਾਂ ਦੇ ਲੋਕਾਂ ਨੂੰ ਗੁਲਾਮ ਬਣਾ ਕੇ ਤੰਗ ਕਰਨ ਲੱਗੇ ਤਾਂ ਉਸ ਵਕਤ ਦੁਖੀ ਦਿਲਾਂ ਦੀਆਂ ਪੁਕਾਰਾਂ ਪਰਮਾਤਮਾ ਦੇ ਦਰ 'ਤੇ ਪ੍ਰਵਾਨ ਹੋਈਆਂ ਤੇ ਉਹਨਾਂ ਨੇ ਆਪਣੇ ਭਗਤ ਨੂੰ ਮਜ਼ਲੂਮਾਂ ਦੇ ਹੁੰਦੇ ਜ਼ੁਲਮ ਰੋਕਣ ਲਈ ਇਸ ਮਾਤਲੋਕ ਵਿੱਚ ਭੇਜਿਆ। ਸ਼੍ਰੀ ਦਾਮ ਸ਼ੇਠ ਤੇ ਮਾਤਾ ਗੋਣਾਬਾਈ ਦੀ ਪ੍ਰਾਰਥਨਾ ਪ੍ਰਭੂ ਦੇ ਦਰ 'ਤੇ ਪ੍ਰਵਾਨ ਹੋਈ ਤੇ ਉਹਨਾਂ ਦੇ ਗ੍ਰਹਿ ਕੱਤਕ ਸਦੀ ਏਕਾਦਸ਼ੀ ਐਤਵਾਰ ਸੂਰਜ ਚੜ੍ਹਨ ਸਮੇਂ ਸੰਮਤ 1192 ਬਿਕਰਮੀ 1327 ਤੇ 26 ਅਕਤੂਬਰ 1270 ਈਸਵੀ ਨੂੰ ਪਰਮਾਤਮਾ ਦੇ ਭੇਜੇ ਭਗਤ ਸ਼੍ਰੀ ਨਾਮਦੇਵ ਜੀ ਨੇ ਜਨਮ ਲਿਆ। ਜੋਤਸ਼ੀਆਂ ਨੇ ਬਾਲਕ ਨੂੰ ਇੱਕ ਇਲਾਹੀ ਰੂਪ ਦੱਸਿਆ। ਉਹਨਾਂ ਦੇ ਕਹਿਣ 'ਤੇ ਉਹਨਾਂ ਦਾ ਨਾਮ ਨਾਮਦੇਵ ਰੱਖਿਆ। ਦਾਮਸ਼ੇਠ ਦੇ ਘਰ ਲੱਖਾਂ ਹੀ ਖੁਸ਼ੀਆਂ ਮਨਾਈਆਂ ਗਈਆਂ। ਰਿਸ਼ਤੇਦਾਰਾਂ ਤੇ ਪਿੰਡ ਦੇ ਵਸਨੀਕਾਂ ਨੇ ਦਾਮਸ਼ੇਠ ਤੇ ਗੋਣਾਬਾਈ ਨੂੰ ਲੱਖ ਲੱਖ ਵਧਾਈਆਂ ਦਿੱਤੀਆਂ। ਸਾਰੇ ਪੰਡਰਪੁਰ ਤੇ ਆਸ-ਪਾਸ ਦੇ ਇਲਾਕੇ ਵਿੱਚ ਭਗਤ ਸ਼੍ਰੀ ਨਾਮਦੇਵ ਜੀ ਦਾ ਜਸ ਫੈਲ ਚੁੱਕਾ ਸੀ। ਉਹਨਾਂ ਦੇ ਸੱਚੇ ਉਪਦੇਸ਼ ਨਾਲ ਪੰਡਤ ਦੀ ਸ਼ੁਰੂ ਤੋਂ ਚਲਾਈ ਹੋਈ ਚੋਰ ਬਜ਼ਾਰੀ ਬੰਦ ਹੋ ਰਹੀ ਸੀ। ਜਿਹੜਾ ਉਹਨਾਂ ਨੇ ਝੂਠ ਮੂਠ ਦਾ ਪ੍ਰਚਾਰ ਕਰਕੇ ਸਿੱਧੇ ਸਾਧੇ ਲੋਕਾਂ ਨੂੰ ਲੁੱਟਣ ਦਾ ਜ਼ਰੀਆ ਬਣਾਇਆ ਹੋਇਆ ਸੀ, ਉਹ ਬੰਦ ਹੋ ਰਿਹਾ ਸੀ। ਉਹ ਆਪਣੇ ਆਪ ਨੂੰ ਈਸ਼ਵਰ ਦੇ ਸੱਚੇ ਭਗਤ ਦੱਸਦੇ ਸਨ ਤੇ ਕਹਿੰਦੇ ਸਨ, ਬ੍ਰਾਹਮਣ ਨੂੰ ਹੀ ਸਿਰਫ ਪ੍ਰਭੂ ਦੀ ਭਗਤੀ ਦਾ ਅਧਿਕਾਰ ਹੈ। ਹੋਰ ਕਿਸੇ ਵੀ ਜਾਤ ਦਾ ਆਦਮੀ ਪ੍ਰਭੂ ਦੀ ਬੰਦਗੀ ਨਹੀਂ ਕਰ ਸਕਦਾ। ਸਿਰਫ ਪੰਡਤ ਹੀ ਲੋਕਾਂ ਨੂੰ ਕੋਈ ਉਪਦੇਸ਼ ਦੇ ਸਕਦਾ ਹੈ। ਜਦੋਂ ਭਗਤ ਨਾਮਦੇਵ ਜੀ ਪ੍ਰਭੂ ਦੀ ਸੱਚੀ ਬਾਣੀ ਦਾ ਉਪਦੇਸ਼ ਲੋਕਾਂ ਨੂੰ ਸੁਣਾਉਣ ਲੱਗ ਪਏ ਤਾਂ ਸਾਰੇ ਬ੍ਰਾਹਮਣ ਉਹਨਾਂ ਦਾ ਵਿਰੋਧ ਕਰਨ ਲੱਗ ਪਏ, ਕਿਉਂਕਿ ਪੰਡਤਾਂ ਦੇ ਰਚਾਏ ਹੋਏ ਝੂਠੇ ਢੋਂਗਾਂ ਦਾ ਪੋਲ ਖੁੱਲ੍ਹਦਾ ਜਾ ਰਿਹਾ ਸੀ। ਉਹ ਭਗਤ ਨਾਮਦੇਵ ਜੀ ਦੇ ਖਿਲਾਫ ਕਾਫੀ ਪ੍ਰਚਾਰ ਕਰਨ ਲੱਗ ਪਏ ਸਨ, ਪਰ ਸੱਚ ਦੇ ਅੱਗੇ ਝੂਠ ਕਦੇ ਵੀ ਖਲੋ ਨਹੀਂ ਸਕਦਾ। ਉਹ ਭਗਤ ਜੀ ਨੂੰ ਪਹਿਲਾਂ ਤੇ ਇਕੱਲਿਆਂ ਮਿਲ ਕੇ ਕਹਿਣ ਲੱਗ ਪਏ ਕਿ ਤੁਸੀਂ ਸਾਡੇ ਕੰਮਾਂ ਵਿੱਚ ਕੋਈ ਦਖਲ ਨਾ ਦਿਓ, ਇਸ ਦੇ ਨਤੀਜੇ ਭੈੜੇ ਨਿਕਲਣਗੇ। ਪਰ ਜਦੋਂ ਭਗਤ ਜੀ ਸੱਚਾ ਗਿਆਨ ਕਰਾਉਣੋਂ ਲੋਕਾਂ ਵਿੱਚੋਂ ਨਾ ਹਟੇ ਤਾਂ ਸਾਰੇ ਪੰਡਤ ਭਗਤ ਜੀ ਦੀ ਜਾਨ ਦੇ ਦੁਸ਼ਮਣ ਬਣ ਗਏ ਤੇ ਦਿਨ ਰਾਤ ਸੋਚਣ ਲੱਗ ਪਏ ਕਿ ਭਗਤ ਨਾਮਦੇਵ ਜੀ ਨੂੰ ਆਪਣੇ ਰਾਹ ਵਿੱਚੋਂ ਕਿਵੇਂ ਪਾਸੇ ਕਰੀਏ। ਜਦੋਂ ਬ੍ਰਾਹਮਣਾਂ ਨੇ ਵੇਖਿਆ ਕਿ ਦਿਨੋਂ ਦਿਨ ਭਗਤ ਨਾਮਦੇਵ ਜੀ ਦੇ ਪ੍ਰਚਾਰ ਕਰਕੇ ਸਾਡਾ ਸਾਰਾ ਪਾਜ ਖੁੱਲ੍ਹਦਾ ਜਾ ਰਿਹਾ ਹੈ ਤੇ ਦਿਨੋਂ ਦਿਨ ਹੀ ਸਾਡੀ ਆਮਦਨੀ ਘਟਦੀ ਜਾ ਰਹੀ ਹੈ, ਤਾਂ ਉਹ ਭਗਤ ਜੀ ਨੂੰ ਜਾਨੋਂ ਮਾਰ ਦੇਣ ਲਈ ਤੁਲ ਗਏ।
ਇੱਕ ਦਿਨ ਭਗਤ ਜੀ ਮੰਦਰ ਵਿੱਚ ਪੂਜਾ ਕਰ ਰਹੇ ਸਨ ਕਿ ਕਾਫੀ ਬ੍ਰਾਹਮਣ ਹੱਥਾਂ ਵਿੱਚ ਡਾਂਗਾ ਸੋਟੇ ਫੜੀ ਮੰਦਰ ਦੇ ਵਿੱਚ ਆ ਗਏ ਤੇ ਅੰਦਰੋਂ ਮੰਦਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਕਿ ਕਿਤੇ ਭਗਤ ਜੀ ਕਿਸੇ ਤਰ੍ਹਾਂ ਬਚ ਕੇ ਜਾ ਨਾ ਸਕਣ। ਜਦੋਂ ਭਗਤ ਜੀ ਭਗਵਾਨ ਦੀ ਪੂਜਾ ਕਰਕੇ ਉੱਠੇ ਤਾਂ ਸਭ ਪੰਡਿਤ ਉਹਨਾਂ ਨੂੰ ਡਾਂਗਾ ਸੋਟੇ ਲੈ ਕੇ ਮਾਰਨ ਲੱਗ ਪਏ। ਪਰਮਾਤਮਾ ਨੇ ਆਪਣੇ ਭਗਤ ਦੀ ਰਾਖੀ ਕਰਨ ਲਈ ਹਰ ਇੱਕ ਬ੍ਰਾਹਮਣ ਨੂੰ ਨਾਮਦੇਵ ਦਾ ਹੀ ਰੂਪ ਬਣਾ ਦਿੱਤਾ ਤੇ ਉਹ ਆਪੋ ਵਿੱਚ ਹੀ ਇੱਕ ਦੂਸਰੇ ਨੂੰ ਡਾਂਗਾ ਮਾਰਨ ਲੱਗ ਪਏ। ਪਰਮਾਤਮਾ ਨੇ ਭਗਤ ਨਾਮਦੇਵ ਜੀ ਨੂੰ ਆਪਣੀ ਲੀਲਾ ਨਾਲ ਮੰਦਰ ਵਿੱਚੋਂ ਬਾਹਰ ਕੱਢ ਦਿੱਤਾ ਤੇ ਐਸੇ ਮੰਦਰ ਦੇ ਬੂਹੇ ਮਾਰੇ ਕਿ ਕਿਸੇ ਕੋਲੋਂ ਖੁੱਲ੍ਹਣ ਹੀ ਨਾ। ਸਾਰੇ ਬ੍ਰਾਹਮਣ ਆਪਸ ਵਿੱਚ ਲੜ ਕੇ ਬੇਹੋਸ਼ ਹੋ ਕੇ ਡਿੱਗ ਪਏ। ਜਦੋਂ ਉਹਨਾਂ ਨੂੰ ਕੁਝ ਹੋਸ਼ ਆਈ ਤਾਂ ਬੜੇ ਹੈਰਾਨ ਹੋਏ ਕਿ ਭਗਤ ਨਾਮਦੇਵ ਜੀ ਮੰਦਰ ਵਿੱਚ ਨਹੀਂ ਹਨ। ਜਿਸ ਵਕਤ ਬ੍ਰਾਹਮਣ ਮੰਦਰ ਦੇ ਬੂਹੇ ਖੋਲ੍ਹਣ ਲੱਗੇ ਤਾਂ ਉਹ ਪਰਮਾਤਮਾ ਨੇ ਐਸੇ ਬੰਦ ਕੀਤੇ ਸਨ ਕਿ ਕਿਸੇ ਕੋਲੋਂ ਵੀ ਖੁੱਲ੍ਹਣ ਹੀ ਨਾ। ਉਹ ਅੰਦਰ ਹੀ ਸੱਟਾਂ ਨਾਲ ਅਧਮੋਏ ਹੋਏ ਚੀਕਾਂ ਮਾਰਨ ਲੱਗੇ। ਜਦੋਂ ਚੀਕਾਂ ਮਾਰਨ ਲੱਗੇ ਤਾਂ ਅੰਦਰੋਂ ਹੀ ਪਰਮਾਤਮਾ ਦੀ ਅਗੰਮੀ ਆਵਾਜ਼ ਗੂੰਜੀ ਕਿ ਜਦੋਂ ਤੱਕ ਤੁਸੀਂ ਭਗਤ ਨਾਮਦੇਵ ਜੀ ਕੋਲੋਂ ਮਾਫੀ ਨਹੀਂ ਮੰਗੋਗੇ ਤਦ ਤੱਕ ਮੰਦਰ ਦੇ ਬੂਹੇ ਨਹੀਂ ਖੁੱਲ੍ਹਣਗੇ। ਤੁਸੀਂ ਅੰਦਰ ਹੀ ਭੁੱਖੇ ਤ੍ਰਿਹਾਏ ਮਰ ਜਾਓਗੇ। ਤੁਸੀਂ ਰੱਬ ਦੇ ਸੱਚੇ ਭਗਤ ਨਾਲ ਵੈਰ ਕਮਾਉਂਦੇ ਜੇ, ਅੱਜ ਤੁਹਾਨੂੰ ਉਸ ਦੀ ਸਜ਼ਾ ਮਿਲ ਕੇ ਹੀ ਰਹੇਗੀ। ਇਹ ਸੁਣ ਕੇ ਸਾਰੇ ਬ੍ਰਾਹਮਣ ਨੱਕ ਗੋਡੇ ਰਗੜਨ ਲੱਗ ਪਏ ਕਿ ਅੱਜ ਤੋਂ ਅਸੀਂ ਭਗਤ ਨਾਮਦੇਵ ਜੀ ਦੇ ਨਾਲ ਕੋਈ ਵੈਰ ਵਿਰੋਧ ਨਹੀਂ ਰੱਖਾਂਗੇ ਤੇ ਅਸੀਂ ਸਾਰੇ ਆਪਣੇ ਕੀਤੇ ਭੈੜੇ ਕੰਮ ਦੀ ਮਾਫੀ ਮੰਗਦੇ ਹਾਂ। ਸਾਨੂੰ ਇੱਕ ਵਾਰੀ ਬਾਹਰ ਕੱਢ ਦਿਓ। ਤੇ ਫਿਰ ਪਰਮਾਤਮਾ ਨੂੰ ਕਿਹਾ, ਅਸੀਂ ਭਗਤ ਜੀ ਕੋਲੋਂ ਵੀ ਸਾਰੇ ਹੀ ਮਾਫੀ ਮੰਗ ਲਵਾਂਗੇ ਤੇ ਅੱਗੋਂ ਤੋਂ ਕੋਈ ਇਹੋ ਜਿਹਾ ਕੰਮ ਨਹੀਂ ਕਰਾਂਗੇ। ਜਦੋਂ ਬ੍ਰਾਹਮਣ ਬਹੁਤ ਪਛਤਾਤਾਪ ਕਰਨ ਲੱਗੇ ਤਾਂ ਮੰਦਰ ਦੇ ਦਰਵਾਜ਼ੇ ਆਪਣੇ ਆਪ ਹੀ ਖੁੱਲ੍ਹ ਗਏ ਤੇ ਸਭ ਨੇ ਜਾ ਕੇ ਭਗਤ ਨਾਮਦੇਵ ਜੀ ਦੇ ਘਰ ਉਹਨਾਂ ਕੋਲੋਂ ਆਪਣੀ ਕੀਤੀ ਭੁੱਲ ਦੀ ਮਾਫੀ ਮੰਗੀ ਕਿ ਸਾਡੇ ਕੋਲੋਂ ਬਹੁਤ ਗਲਤੀ ਹੋ ਗਈ ਹੈ, ਜੋ ਰੱਬ ਦੇ ਸੱਚੇ ਭਗਤ ਨੂੰ ਪਹਿਚਾਣ ਨਹੀਂ ਸਕੇ। ਭਗਤ ਜੀ ਨੇ ਨਿਮਰਤਾ ਨਾਲ ਕਿਹਾ, ਭਾਈ ਅਸੀਂ ਉਸ ਪ੍ਰਭੂ ਦੇ ਸਾਰੇ ਇੱਕੋ ਜਿਹੇ ਸਾਜੇ ਹੋਏ ਬੰਦੇ ਹਾਂ। ਸਾਡੇ ਵਿੱਚੋਂ ਕੋਈ ਵੀ ਵੱਡਾ ਛੋਟਾ ਨਹੀਂ। ਅਸੀਂ ਸਭ ਜਾਤਾਂ ਦੇ ਵਹਿਮ ਛੱਡ ਕੇ ਪ੍ਰੇਮ ਨਾਲ ਰਹੀਏ। ਸਭ ਬ੍ਰਾਹਮਣ ਭਗਤ ਨਾਮਦੇਵ ਜੀ ਦੇ ਗੁਣ ਗਾਉਂਦੇ ਆਪੋ ਆਪਣੇ ਘਰਾਂ ਨੂੰ ਚਲੇ ਗਏ। ਸਾਧ ਸੰਗਤ ਜੀ, ਕਈ ਬ੍ਰਾਹਮਣ ਤਾਂ ਸਮਝ ਗਏ ਸਨ, ਪਰ ਕਈਆਂ ਦੇ ਮੱਥ ਤੇ ਅੱਜ ਵੀ ਹੰਕਾਰ ਦਾ ਪਰਦਾ ਪਿਆ ਹੋਇਆ ਸੀ। ਉਹ ਸੋਚਣ ਲੱਗੇ ਕਿ ਜੇਕਰ ਨਾਮਦੇਵ ਜੀ ਉਸ ਦਿਨ ਮੰਦਰ ਵਿੱਚ ਹੋਣ ਕਰਕੇ ਬਚ ਗਏ ਤਾਂ ਹੁਣ ਅਸੀਂ ਕੋਈ ਇਹੋ ਜਿਹੀ ਤਰਕੀਬ ਲੜਾਵਾਂਗੇ ਜਿਸ ਨਾਲ ਉਹ ਕਦੇ ਵੀ ਬਚ ਨਹੀਂ ਸਕੇਗਾ। ਉਹਨਾਂ ਨੇ ਸੋਚਿਆ ਕਿ ਭਗਤ ਜੀ ਰੋਜ਼ ਬੇੜੀ ਤੇ ਨਦੀ ਪਾਰ ਜਾ ਕੇ ਲਾਗੇ ਦੇ ਪਿੰਡਾਂ ਵਿੱਚ ਜਾਂਦੇ ਹਨ। ਅਸੀਂ ਮਲਾਹ ਨਾਲ ਰਲ ਕੇ ਕੋਈ ਐਸੀ ਵਿਉਂਤ ਬਣਾਈਏ ਕਿ ਉਹ ਭਗਤ ਨੂੰ ਦਰਿਆ ਵਿੱਚ ਹੀ ਡੁਬੋ ਦੇਵੇ। ਉਹਨਾਂ ਨੇ ਮਲਾਹ ਨੂੰ ਪੈਸੇ ਦੇਣੇ ਕਰਕੇ ਸਾਰੀ ਵਿਉਂਤ ਬਣਾ ਲਈ। ਅਗਲੇ ਦਿਨ ਜਦੋਂ ਭਗਤ ਜੀ ਨਦੀ ਪਾਰ ਕਰਨ ਆਏ ਤਾਂ ਮਲਾਹ ਨੇ ਬੇੜੀ ਤੇ ਹੋਰਨਾਂ ਆਦਮੀਆਂ ਨਾਲ ਭਗਤ ਜੀ ਨੂੰ ਵੀ ਪਾਰ ਲੰਘਾ ਦਿੱਤਾ। ਪਰ ਜਦੋਂ ਸ਼ਾਮ ਨੂੰ ਭਗਤ ਜੀ ਵਾਪਸ ਆ ਰਹੇ ਸਨ ਤਾਂ ਮਲਾਹ ਨੂੰ ਪਾਰ ਲੰਘਾਉਣ ਲਈ ਕਿਹਾ ਤਾਂ ਅੱਗੋਂ ਉਸਨੇ ਕਿਹਾ, ਭਗਤ ਜੀ ਬੇੜੀ ਤੇ ਹੁਣ ਦੂਸਰੇ ਬੰਨੇ ਹੈ, ਹਵਾ ਤੇਜ਼ ਹੋਣ ਕਰਕੇ ਉਹ ਇੱਧਰ ਨਹੀਂ ਆ ਸਕਦੀ। ਮੈਂ ਤੁਹਾਨੂੰ ਮੱਛਕ ਵਿੱਚ ਹਵਾ ਭਰ ਕੇ ਉਸ ਉੱਪਰ ਬਿਠਾ ਕੇ ਦੂਸਰੇ ਪਾਸੇ ਲੈ ਜਾਂਦਾ ਹਾਂ। ਭਗਤ ਜੀ ਨੇ ਕਿਹਾ, ਜਿਸ ਤਰ੍ਹਾਂ ਤੇਰੀ ਮਰਜ਼ੀ ਹੈ ਕਰ ਲੈ, ਪਾਰ ਤੇ ਲੰਘਣਾ ਹੀ ਹੈ। ਭਗਤ ਜੀ ਦੀ ਗੱਲ ਸੁਣ ਕੇ ਮਲਾਹ ਨੇ ਮੱਛਕ ਵਿੱਚ ਹਵਾ ਭਰ ਕੇ ਭਗਤ ਜੀ ਨੂੰ ਉਸ ਉੱਤੇ ਬਿਠਾ ਕੇ ਆਪ ਨਾਲ ਤਰਦਾ ਹੋਇਆ ਜਦੋਂ ਅੱਧ ਵਿਚਕਾਰ ਆਇਆ ਤਾਂ ਆਖਣ ਲੱਗਾ, ਭਗਤ ਜੀ ਪਾਣੀ ਬਹੁਤ ਤੇਜ਼ ਆ ਰਿਹਾ ਹੈ, ਮੈਂ ਥੱਕ ਗਿਆ ਹਾਂ, ਤੁਸੀਂ ਆਪਣੇ ਆਪ ਦਾ ਬਚਾਅ ਕਰ ਲਓ। ਤੇ ਪਹਿਲਾਂ ਬਣਾਈ ਹੋਈ ਵਿਉਂਤ ਮੁਤਾਬਕ ਮੱਛਕ ਵਿੱਚੋਂ ਹਵਾ ਕੱਢ ਦਿੱਤੀ ਤੇ ਆਪ ਮਲਾਹ ਤਰ ਕੇ ਪਾਰ ਹੋ ਗਿਆ ਤੇ ਬ੍ਰਾਹਮਣਾਂ ਨੂੰ ਆ ਕੇ ਕਹਿ ਦਿੱਤਾ ਕਿ ਨਾਮਦੇਵ ਜੀ ਦਰਿਆ ਵਿੱਚ ਡੁੱਬ ਗਏ ਹਨ। ਪੰਡਤਾਂ ਨੇ ਬੜੀਆਂ ਖੁਸ਼ੀਆਂ ਮਨਾਈਆਂ। ਉਧਰ ਜਦੋਂ ਭਗਵਾਨ ਨੇ ਦੇਖਿਆ ਕਿ ਮੇਰਾ ਭਗਤ ਦਰਿਆ ਵਿੱਚ ਡੁੱਬ ਚੱਲਿਆ ਹੈ ਤਾਂ ਉਹਨਾਂ ਨੇ ਮੱਛਕ ਵਿੱਚ ਪਹਿਲੇ ਵਾਂਗ ਹੀ ਹਵਾ ਭਰ ਦਿੱਤੀ ਤੇ ਆਪ ਭਗਤ ਨੂੰ ਉਤਾਰ ਕੇ ਕੰਢੇ ਲਾ ਦਿੱਤਾ। ਭਗਤ ਜੀ ਪ੍ਰਭੂ ਦੇ ਗੁਣ ਗਾਉਂਦੇ ਆਪਣੇ ਘਰ ਨੂੰ ਆ ਰਹੇ ਸਨ। ਜਦੋਂ ਬ੍ਰਾਹਮਣਾਂ ਨੇ ਵੇਖਿਆ ਜਿਹੜੇ ਭਗਤ ਜੀ ਦੀ ਚੜ੍ਹਾਈ ਤੇ ਖੁਸ਼ੀਆਂ ਮਨਾ ਰਹੇ ਸਨ, ਇੰਨੇ ਸ਼ਰਮਿੰਦੇ ਹੋਏ ਤੇ ਸਾਰੇ ਹੀ ਸੋਚਣ ਲੱਗ ਪਏ ਕਿ ਭਗਤ ਦਰਿਆ ਵਿੱਚੋਂ ਕਿਸ ਤਰ੍ਹਾਂ ਪਾਰ ਹੋ ਗਿਆ। ਉਹ ਬੇਸਮਝ
ਅਜੇ ਵੀ ਨਹੀਂ ਸੀ ਸਮਝ ਸਕੇ ਕਿ ਪ੍ਰਭੂ ਆਪਣੇ ਭਗਤ ਨੂੰ ਆਪ ਹੱਥ ਦੇ ਕੇ ਰੱਖ ਰਿਹਾ ਹੈ। ਉਹ ਫੇਰ ਵੀ ਇਹੋ ਹੀ ਸੋਚਾਂ ਸੋਚਦੇ ਕਿ ਭਗਤ ਜੀ ਨੂੰ ਕਿਸੇ ਤਰ੍ਹਾਂ ਆਪਣੇ ਰਾਹ ਤੋਂ ਪਾਸੇ ਕਿਵੇਂ ਹਟਾਇਆ ਜਾਵੇ। ਜਦੋਂ ਬ੍ਰਾਹਮਣਾਂ ਨੇ ਵੇਖਿਆ ਕਿ ਭਗਤ ਨਾਮਦੇਵ ਦਰਿਆ ਵਿੱਚ ਵੀ ਨਹੀਂ ਡੁੱਬ ਕੇ ਮਰਿਆ, ਤਾਂ ਉਹਨਾਂ ਨੇ ਇੱਕ ਹੋਰ ਵਿਉਂਤ ਬਣਾਈ ਕਿ ਲੱਡੂਆਂ ਵਿੱਚ ਜ਼ਹਿਰ ਪਾ ਕੇ ਭਗਤ ਨੂੰ ਖਵਾਉਂਦੇ ਹਾਂ ਤੇ ਕਹਾਂਗੇ ਸਾਡੀ ਅੱਜ ਤੋਂ ਤੁਹਾਡੇ ਨਾਲ ਬਿਲਕੁਲ ਕੋਈ ਲੜਾਈ ਨਹੀਂ ਤੇ ਕੋਈ ਵੈਰ ਵਿਰੋਧ ਨਹੀਂ, ਅਸੀਂ ਅੱਜ ਤੋਂ ਤੁਹਾਡੇ ਨਾਲ ਆਪਣੇ ਦਿਲੋਂ ਸਮਝੌਤਾ ਕਰਦੇ ਹਾਂ। ਇਸ ਤਰ੍ਹਾਂ ਭਗਤ ਜੀ ਜਾਂ ਹੋਰ ਕੋਈ ਵੀ ਸਾਡੇ ਤੇ ਕਿਸੇ ਕਿਸਮ ਦਾ ਸ਼ੱਕ ਨਹੀਂ ਕਰਨਗੇ। ਉਹਨਾਂ ਨੇ ਇਸ ਤਰ੍ਹਾਂ ਹੀ ਕੀਤਾ। ਭਗਤ ਜੀ ਦੇ ਘਰ ਜਾ ਕੇ ਸੋਚੀ ਸਮਝੀ ਸਕੀਮ ਮੁਤਾਬਕ ਭਗਤ ਜੀ ਅਤੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਜ਼ਹਿਰ ਵਾਲੇ ਲੱਡੂ ਖਵਾ ਦਿੱਤੇ। ਭਗਤ ਜੀ ਤੇ ਉਹਨਾਂ ਦੇ ਪਰਿਵਾਰ ਨੇ ਖੁਸ਼ੀ-ਖੁਸ਼ੀ ਪੰਡਤਾਂ ਕੋਲੋਂ ਲੱਡੂ ਖਾ ਲਏ। ਉਹ ਲੱਡੂ ਖਵਾ ਕੇ ਖੁਸ਼ੀ-ਖੁਸ਼ੀ ਭੰਗੜੇ ਪਾਉਂਦੇ ਇਹ ਕਹਿੰਦੇ ਆਪਣੇ ਘਰਾਂ ਨੂੰ ਆ ਗਏ ਕਿ ਭਗਤ ਤਾਂ ਕੀ, ਉਸ ਦਾ ਸਾਰਾ ਪਰਿਵਾਰ ਹੀ ਅੱਜ ਰਾਤ ਸਦਾ ਹੀ ਨੀਂਦਰੇ ਸੌਂ ਜਾਏਗਾ। ਭਗਤ ਹੋਰੀ ਤੇ ਪਹਿਲਾਂ ਹੀ ਨਾਮ ਬਾਣੀ ਦੇ ਨਸ਼ੇ ਵਿੱਚ ਰੰਗੇ ਹੋਏ ਸਨ। ਉਹਨਾਂ ਨੂੰ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਭਲਾ ਜ਼ਹਿਰ ਦੇ ਲੱਡੂਆਂ ਦਾ ਜ਼ਹਿਰ ਕੀ ਚੜ੍ਹਨਾ ਸੀ। ਪਰ ਬ੍ਰਾਹਮਣ ਜਦੋਂ ਰਾਤ ਮੰਜਿਆਂ ਤੇ ਸੁੱਤੇ ਤਾਂ ਕਿਸੇ ਨੂੰ ਜਾਮਾ ਕੇ ਡਰਾਉਣ ਲੱਗੇ, ਕੋਈ ਪੀੜ ਨਾਲ ਕੁਰਲਾਈ ਜਾਵੇ। ਇਸ ਤਰ੍ਹਾਂ ਸਾਰੇ ਭਗਤ ਜੀ ਦੇ ਵਿਰੋਧੀ ਬ੍ਰਾਹਮਣ ਸਾਰੀ ਰਾਤ ਤੜਫਦੇ ਰਹੇ ਤੇ ਕਈ ਵਿੱਚੋਂ ਬੇਹੋਸ਼ ਆਪਣੀ ਸੁੱਧ ਬੁੱਧ ਭੁਲਾਈ ਬੈਠੇ ਸਨ। ਸਭਨਾਂ ਦੇ ਘਰ ਰੋਣਾ ਪਿੱਟਣਾ ਪੈ ਗਿਆ। ਉਹਨਾਂ ਵਿੱਚੋਂ ਇੱਕ ਬ੍ਰਾਹਮਣ ਨੇ ਆਪਣੇ ਘਰ ਗੱਲ ਕਰ ਦਿੱਤੀ ਕਿ ਅਸੀਂ ਭਗਤ ਤੇ ਉਸਦੇ ਪਰਿਵਾਰ ਨੂੰ ਰਾਤੀ ਜ਼ਹਿਰ ਦੇ ਲੱਡੂ ਖਵਾਏ ਸਨ, ਤਾਂ ਸਾਡੀ ਇਹ ਹਾਲਤ ਹੋ ਰਹੀ ਹੈ। ਉਧਰ ਭਗਤ ਹੋਰਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਕਸ਼ਟ ਨਾ ਹੋਇਆ। ਉਹ ਨਿਤਨੇਮ ਵਾਂਗ ਮੰਦਰ ਜਾ ਕੇ ਵਿਠਲ ਭਗਵਾਨ ਜੀ ਦੀ ਪੂਜਾ ਕਰ ਰਹੇ ਸਨ। ਬ੍ਰਾਹਮਣਾਂ ਨੂੰ ਕਿਸੇ ਨੇ ਕਿਹਾ, ਤੁਸੀਂ ਜਾ ਕੇ ਭਗਤ ਜੀ ਪਾਸੋਂ ਆਪਣੇ ਕੀਤੇ ਕਸੂਰ ਦੀ ਮਾਫੀ ਮੰਗ ਲਓ। ਉਹ ਬੜੀ ਨਿਮਰਤਾ ਤੇ ਸੀਤਲ ਸੁਭਾਅ ਦੇ ਹਨ, ਤੁਹਾਨੂੰ ਮਾਫ ਕਰ ਦੇਣਗੇ। ਸਾਰੇ ਬ੍ਰਾਹਮਣਾਂ ਨੇ ਮੰਦਰ ਵਿੱਚ ਜਾ ਕੇ ਭਗਤ ਜੀ ਕੋਲੋਂ ਮਾਫੀ ਮੰਗੀ ਤੇ ਕਿਹਾ, ਅੱਗੋਂ ਤੋਂ ਅਸੀਂ ਤੁਹਾਡੇ ਨਾਲ ਕਿਸੇ ਕਿਸਮ ਦਾ ਵੈਰ ਵਿਰੋਧ ਨਹੀਂ ਰੱਖਾਂਗੇ। ਪ੍ਰਭੂ ਦੇ ਮੰਦਰ ਵਿੱਚ ਖਲੋ ਕੇ ਬਚਨ ਕਰਦੇ ਹਾਂ, ਇਸ ਵਾਰ ਸਾਨੂੰ ਬਖਸ਼ ਦਿਓ। ਭਗਤ ਨਾਮਦੇਵ ਜੀ ਪਰਮਾਤਮਾ ਦੇ ਸੱਚੇ ਭਗਤ ਸਨ। ਉਹ ਤੇ ਸਮਝਦੇ ਸਨ ਕਿ ਸਾਡਾ ਨਾ ਤੇ ਕੋਈ ਵੈਰ ਹੈ ਤੇ ਨਾ ਹੀ ਕੋਈ ਬੇਗਾਨਾ ਹੈ। ਸਭ ਉਸੇ ਹੀ ਪਰਮਾਤਮਾ ਦੀ ਰਚਾਈ ਹੋਈ ਲੀਲਾ ਤੇ ਸ੍ਰਿਸ਼ਟੀ ਹੈ ਤੇ ਸਭ ਜੀਵ ਉਸ ਦੇ ਹੀ ਬਣਾਏ ਹੋਏ ਹਨ। ਉਹਨਾਂ ਨੇ ਬ੍ਰਾਹਮਣਾਂ ਨੂੰ ਕਿਹਾ, ਤੁਸੀਂ ਸ਼ੁੱਧ ਮਨ ਕਰਕੇ ਪਰਮਾਤਮਾ ਦੇ ਦਰ ਤੇ ਮੱਥਾ ਟੇਕੋ, ਪ੍ਰਭੂ ਜੀ ਸਭ ਠੀਕ ਕਰ ਦੇਣਗੇ। ਉਹਨਾਂ ਨੇ ਪਰਮਾਤਮਾ ਦੇ ਚਰਨਾਂ ਵਿੱਚ ਆਪਣੇ ਕੀਤੇ ਕਸੂਰ ਦੀ ਮਾਫੀ ਮੰਗੀ ਤੇ ਸਾਰੇ ਦੇ ਸਾਰੇ ਬ੍ਰਾਹਮਣ ਠੀਕ ਹੋ ਗਏ। ਜਦੋਂ ਉਹ ਭਗਤ ਜੀ ਦੇ ਅੱਗੇ ਆ ਕੇ ਖਲੋਤੇ ਤਾਂ ਸਾਰਿਆਂ ਦੇ ਸਿਰ ਸ਼ਰਮ ਨਾਲ ਨੀਵੇਂ ਹੋ ਗਏ ਤੇ ਉਹ ਕਹਿ ਰਹੇ ਸਨ, ਧੰਨ ਹੋ ਭਗਤ ਸ਼੍ਰੀ ਨਾਮਦੇਵ ਜੀ ਤੇ ਧੰਨ ਹੈ ਇਹਨਾਂ ਦੀ ਭਗਤੀ। ਅਸੀਂ ਕਿੰਨੀ ਵਾਰੀ ਇਹਨਾਂ ਨਾਲ ਐਡਾ ਭੈੜਾ ਵਰਤਾਓ ਕੀਤਾ ਹੈ, ਪਰ ਇਹਨਾਂ ਦੇ ਦਿਲ ਉੱਤੇ ਸਾਡੀ ਕਿਸੇ ਵੀ ਗੱਲ ਦਾ ਕੋਈ ਅਸਰ ਨਹੀਂ ਹੋਇਆ। ਸੋ ਸਾਧ ਸੰਗਤ ਜੀ, ਦੀਨ ਅਤੇ ਦੁਖੀਆਂ ਦਾ ਉਧਾਰ ਕਰਨ ਵਾਸਤੇ ਸੰਤ ਮਹਾਂਪੁਰਸ਼ ਇਸ ਦੁਨੀਆ ਵਿੱਚ ਆਉਂਦੇ ਹਨ। ਬ੍ਰਹਮਾ ਆਦਿ ਦੇਵਤੇ ਉਹਨਾਂ ਦੇ ਚਰਨਾਮਤ ਦੀ ਵੰਦਨਾ ਕਰਦੇ ਹਨ। ਮੁਖ ਤੋਂ ਉਹਨਾਂ ਦਾ ਨਾਮ ਲੈਣ ਨਾਲ ਸਾਰੇ ਦੋਸ਼ ਖਤਮ ਹੋ ਜਾਂਦੇ ਹਨ। ਚਾਹੇ ਕੋਈ ਬੰਦਾ ਬੁਰੇ ਕਰਮ ਕਰਨ ਵਾਲਾ ਹੋਵੇ ਕਿ ਕਿੱਡਾ ਵੀ ਵਿਸ਼ਾ ਹੀ ਕਿਉਂ ਨਾ ਹੋਵੇ, ਸੰਤਾਂ ਦੀ ਕਿਰਪਾ ਨਾਲ ਉਹਨਾਂ ਦਾ ਵੀ ਉਧਾਰ ਹੋ ਜਾਂਦਾ ਹੈ। ਭਗਤ ਨਾਮਦੇਵ ਜੀ ਆਖਦੇ ਹਨ ਕਿ ਪ੍ਰਭੂ ਆਪਣੇ ਭਗਤਾਂ ਦੇ ਵਸ ਵਿੱਚ ਹੁੰਦਾ ਹੈ। ਇਸ ਲਈ ਸਾਨੂੰ ਪ੍ਰਭੂ ਦਾ ਨਾਮ ਸਿਮਰ ਕੇ ਆਪਣਾ ਜਨਮ ਮਰਨ ਕੱਟ ਕੇ ਇਸ ਜੀਵਨ ਨੂੰ ਸਫਲ ਕਰ ਲੈਣਾ ਚਾਹੀਦਾ ਹੈ। ਭਗਤ ਨਾਮਦੇਵ ਜੀ ਸਿਰਫ ਉਸ ਸਿਰਜਣਹਾਰ ਦੀ ਪੂਜਾ ਕਰਦੇ ਸਨ ਤੇ ਸਾਨੂੰ ਵੀ ਉਸ ਅਕਾਲ ਪੁਰਖ ਨਾਲ ਜੁੜਨ ਦੀ ਤਾਕੀਦ ਕਰਦੇ ਹਨ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।